ਗੁੱਡ ਮਾਰਨਿੰਗ ਡੀਅਰ ਸਟੂਡੈਂਟਸ। ਬੇਟੇ ਅੱਜ ਆਪਾਂ ਫਿਜ਼ਿਕਸ ਦਾ ਫਸਟ ਚੈਪਟਰ ਸਟਾਰਟ ਕਰਨ ਜਾ ਰਹੇ ਹਾਂ। 10th ਚੈਪਟਰ ਹੈ, ਨੇਮ ਹੈ ਲਾਈਟ, ਰਿਫਲੈਕਸ਼ਨ ਐਂਡ ਰਿਫਰੈਕਸ਼ਨ। ਰਿਫਲੈਕਸ਼ਨ ਐਂਡ ਰਿਫਰੈਕਸ਼ਨ ਇਹ ਜਿਹੜਾ ਚੈਪਟਰ ਹੈ ਇਸ ਬਾਰੇ ਤੁਸੀਂ ਥੋੜ੍ਹਾ 8th ਸਟੈਂਡਰਡ ਦੇ ਵਿੱਚ ਵੀ ਪੜ੍ਹ ਚੁੱਕੇ ਹੋ ਅਤੇ ਇੱਥੇ ਇਸ ਨੂੰ ਹੋਰ ਵਿਸਥਾਰ ਦੇ ਵਿੱਚ ਪੜ੍ਹਨਾ ਹੈ। ਸੋ ਲਾਈਟ, ਸਭ ਤੋਂ ਪਹਿਲਾਂ ਲਾਈਟ ਕੀ ਹੈ? ਲਾਈਟ ਇਜ਼ ਏ ਫਾਰਮ ਆਫ ਐਨਰਜੀ which causes us sensation of sight। ਲਾਈਟ ਐਨਰਜੀ ਦੀ ਉਹ ਫਾਰਮ ਹੈ ਜਿਸ ਨਾਲ ਅਸੀਂ ਦ੍ਰਿਸ਼ ਦੇਖਦੇ ਹਾਂ। ਔਰ ਦੀ ਲਾਈਟ ਇਜ਼ ਏ ਫਾਰਮ ਆਫ ਐਨਰਜੀ which helps us to see the objects। ਲਾਈਟ ਉਹ ਐਨਰਜੀ ਦੀ ਫਾਰਮ ਹੈ ਜਿਸ ਨਾਲ ਅਸੀਂ ਆਬਜੈਕਟਸ ਨੂੰ ਦੇਖ ਸਕਦੇ ਹਾਂ। ਇੱਥੇ ਕੁਝ ਐਡੀਸ਼ਨ ਆਪਾਂ ਇਹ ਕਰਨੀ ਹੈ। ਇੱਕ ਆਬਜੈਕਟ ਨੂੰ ਦੇਖਣ ਲਈ 4 ਚੀਜ਼ਾਂ ਜ਼ਰੂਰੀ ਹਨ। ਫਸਟ ਵਨ ਇਜ਼ ਆਬਜੈਕਟ ਖੁਦ, ਆਬਜੈਕਟ ਆਪ ਹੋਣੀ ਚਾਹੀਦੀ ਹੈ। ਸੈਕਿੰਡ ਲਾਈਟ, ਲਾਈਟ ਦਾ ਹੋਣਾ ਜ਼ਰੂਰੀ ਹੈ। ਇੱਥੇ ਅਸੀਂ ਪੜ੍ਹਦੇ ਹਾਂ ਵੀ ਆਰ ਅਨਏਬਲ ਟੂ ਸੀ ਐਨੀਥਿੰਗ ਇਨ ਏ ਡਾਰਕ ਰੂਮ। ਅਸੀਂ ਡਾਰਕ ਰੂਮ ਵਿੱਚ ਕੁਝ ਨਹੀਂ ਦੇਖ ਸਕਦੇ। ਔਨ ਲਾਈਟਿੰਗ ਅਪ ਦੀ ਰੂਮ ਥਿੰਗਸ ਬਿਕਮਸ ਵਿਜ਼ੀਬਲ। ਜਿਹੜੀਆਂ ਆਬਜੈਕਟਸ ਨੇ ਉਹ ਦਿਖਣ ਲੱਗ ਜਾਂਦੀਆਂ ਹਨ। ਇਸ ਲਈ ਦੇਖਣ ਲਈ ਇੱਕ ਕੰਡੀਸ਼ਨ ਹੋ ਗਈ, ਆਬਜੈਕਟ ਹੋਣਾ ਜ਼ਰੂਰੀ ਹੈ। ਸੈਕਿੰਡ ਲਾਈਟ ਦਾ ਹੋਣਾ ਜ਼ਰੂਰੀ ਹੈ। ਥਰਡ ਹੈਲਦੀ ਆਈ, ਸਾਡੀ ਜਿਹੜੀ ਅੱਖ ਹੈ ਉਹ ਹੈਲਦੀ ਹੋਣੀ ਚਾਹੀਦੀ ਹੈ। ਇੱਥੇ ਇਹ ਨਹੀਂ ਲਿਖਿਆ ਹੋਇਆ, ਅੱਖ ਹੈਲਦੀ ਹੋਣੀ ਜ਼ਰੂਰੀ ਹੈ। ਜੇ ਲਾਈਟ ਵੀ ਹੈ, ਆਬਜੈਕਟ ਵੀ ਹੈ, ਪਰ ਇੱਕ ਅੰਨਾ ਵਿਅਕਤੀ ਉਸ ਨੂੰ ਨਹੀਂ ਦੇਖ ਸਕਦਾ। ਫੋਰਥ, ਚੌਥੀ ਕਿਹੜੀ ਚੀਜ਼ ਜ਼ਰੂਰੀ ਹੈ ਜਿਸ ਤੋਂ ਬਿਨਾਂ ਅਸੀਂ ਨਹੀਂ ਦੇਖ ਸਕਦੇ? ਦੈਟ ਇਜ਼ ਰਿਫਲੈਕਸ਼ਨ ਆਫ ਲਾਈਟ। ਦੈਟ ਇਜ਼ ਰਿਫਲੈਕਸ਼ਨ ਆਫ ਲਾਈਟ। ਸਮਝਾਉਂਦੇ ਹਾਂ ਤੁਹਾਨੂੰ ਕਿਸ ਤਰ੍ਹਾਂ ਹੁੰਦੀ ਹੈ। ਐਨ ਆਬਜੈਕਟ ਰਿਫਲੈਕਟਸ ਲਾਈਟ, ਇੱਕ ਆਬਜੈਕਟ ਲਾਈਟ ਨੂੰ ਰਿਫਲੈਕਟ ਕਰ ਦਿੰਦੀ ਹੈ, ਵਾਪਸ ਮੋੜ ਦਿੰਦੀ ਹੈ। ਦੈਟ ਫਾਲਜ਼ ਔਨ ਇਟ, ਜਿਹੜੀ ਇਸ ਉੱਪਰ ਪੈਂਦੀ ਹੈ। ਆਬਜੈਕਟ 'ਤੇ ਪੈਣ ਵਾਲੀ ਲਾਈਟ ਉਸ ਨਾਲ ਟਕਰਾ ਕੇ ਵਾਪਸ ਆ ਜਾਂਦੀ ਹੈ। ਦਿਸ ਰਿਫਲੈਕਟਡ ਲਾਈਟ, ਇਹ ਲਾਈਟ ਵੈਨ ਰਿਸੀਵਜ਼ ਬਾਏ ਆਵਰ ਆਈਜ਼, ਜਦੋਂ ਸਾਡੀ ਅੱਖ ਦੁਆਰਾ ਰਿਸੀਵ ਕੀਤੀ ਜਾਂਦੀ ਹੈ, ਇਨੇਬਲ ਅਸ ਟੂ ਸੀ ਥਿੰਗਸ, ਫਿਰ ਉਹ ਸਾਨੂੰ ਉਸ ਵਸਤੂ ਨੂੰ ਦੇਖਣ ਦੇ ਯੋਗ ਬਣਾਉਂਦੀ ਹੈ। ਸੋ 4 ਚੀਜ਼ਾਂ ਹਨ, ਆਬਜੈਕਟ, ਹੈਲਦੀ ਆਈ, ਲਾਈਟ ਐਂਡ ਰਿਫਲੈਕਸ਼ਨ। ਇਹਨਾਂ ਵਿੱਚੋਂ 4 ਦੇ ਵਿੱਚੋਂ ਇੱਕ ਵੀ ਮਿਸ ਹੈ ਤਾਂ ਅਸੀਂ ਆਬਜੈਕਟ ਨੂੰ ਨਹੀਂ ਦੇਖ ਸਕਦੇ। 2 ਤਾਂ 3 ਕਲੀਅਰ ਹੋ ਗਈਆਂ। ਲਾਈਟ ਦੇ ਵਿੱਚ ਹੀ ਚੀਜ਼ ਦਿਖੇਗੀ। ਫਸਟ, ਜੇ ਆਬਜੈਕਟ ਹੋਏਗੀ ਤਾਂ ਦਿਖੇਗੀ। ਥਰਡ ਹੈਲਦੀ ਆਈ, ਲਾਈਟ ਅਤੇ ਆਬਜੈਕਟ। ਅਤੇ ਫੋਰਥ ਰਿਫਲੈਕਸ਼ਨ। ਰਿਫਲੈਕਸ਼ਨ ਕੀ ਹੈ? ਲਾਈਟ ਦਾ ਟਕਰਾ ਕੇ ਵਾਪਸ ਸਾਡੀ ਅੱਖ ਤੱਕ ਆਉਣਾ, ਇਸ ਨੂੰ ਕਿਹਾ ਜਾਂਦਾ ਹੈ ਰਿਫਲੈਕਸ਼ਨ। ਡੈਫੀਨੇਸ਼ਨ ਵੀ ਇਸ ਦੀ ਰਿਟਨ ਦੇ ਵਿੱਚ ਆਉਣੀ ਹੈ। ਸਪੋਜ਼ ਤੁਸੀਂ ਆਪਣੇ ਰੂਮ ਦੇ ਵਿੱਚ, ਤੁਹਾਡੇ ਰੂਮ ਦੇ ਵਿੱਚ ਇੱਕ ਜੱਗ ਪਿਆ ਹੈ, ਉਸ ਨੂੰ ਦੇਖਣਾ ਚਾਹੁੰਦੇ ਹੋ। ਜਾਂ ਇਹ ਕਹੋ ਕਲਾਸਰੂਮ ਦੇ ਵਿੱਚ ਡਸਟਰ ਪਿਆ ਹੈ, ਉਸ ਨੂੰ ਦੇਖਣਾ ਚਾਹੁੰਦੇ ਹਾਂ। ਅਤੇ ਅੱਖ ਹੋਣੀ ਜ਼ਰੂਰੀ ਹੈ, ਡਸਟਰ ਦਾ ਹੋਣਾ ਜ਼ਰੂਰੀ ਹੈ,
ਲਾਈਟ ਦਾ ਹੋਣਾ ਜ਼ਰੂਰੀ ਹੈ। ਅਤੇ ਰਿਫਲੈਕਸ਼ਨ ਕੀ ਹੈ? ਜੇਕਰ ਉਹ ਬਿਲਕੁਲ ਟੇਬਲ ਦੇ ਉੱਪਰ ਪਿਆ ਹੈ ਕਲਾਸਰੂਮ ਦੇ ਵਿੱਚ, ਤਾਂ ਜਿਹੜੀ ਲਾਈਟ ਉਸ ਦੇ ਉੱਤੇ ਪਵੇਗੀ ਉਹ ਰਿਫਲੈਕਟ ਹੋ ਕੇ ਤੁਹਾਡੀ ਅੱਖ ਤੱਕ ਆਵੇਗੀ। ਅਤੇ ਹੁਣ ਜੇ ਉਸੇ ਡਸਟਰ ਨੂੰ ਅਸੀਂ ਕਲਾਸ ਦੀ ਬੈਕ ਸਾਈਡ 'ਤੇ ਰੱਖ ਦਿੰਦੇ ਹਾਂ, ਫਿਰ ਕੀ ਹੈ? ਡਸਟਰ ਵੀ ਹੈ, ਹੈਲਦੀ ਆਈਜ਼ ਵੀ ਹਨ, ਲਾਈਟ ਵੀ ਹੈ, ਪਰ ਲਾਈਟ ਉਸ 'ਤੇ ਪੈ ਰਹੀ ਹੈ ਅਤੇ ਰਿਫਲੈਕਟ ਹੋ ਕੇ ਤੁਹਾਡੀ ਅੱਖ ਤੱਕ ਨਹੀਂ ਆਉਂਦੀ। ਸੋ ਰਿਫਲੈਕਸ਼ਨ ਨਹੀਂ ਹੁੰਦੀ, ਇਸ ਲਈ ਡਸਟਰ ਦਿਖਾਈ ਨਹੀਂ ਦੇਵੇਗਾ। ਜਿਹੜੀ ਵੀ ਚੀਜ਼ ਸਾਨੂੰ ਦਿਖਾਈ ਨਹੀਂ ਦਿੰਦੀ, ਕਮਰੇ ਦੇ ਬਾਹਰ ਕਿੰਨੀਆਂ ਚੀਜ਼ਾਂ ਹਨ ਸਾਨੂੰ ਨਹੀਂ ਦਿਖਾਈ ਦਿੰਦੀਆਂ, ਜਦੋਂ ਬਾਹਰ ਨਿਕਲਾਂਗੇ ਉਦੋਂ ਹੀ ਦਿਖਾਈ ਦੇਣਗੀਆਂ। ਕਾਰਨ ਕੀ ਹੈ? ਰਿਫਲੈਕਸ਼ਨ ਨਹੀਂ ਹੋ ਰਹੀ। ਰਿਫਲੈਕਸ਼ਨ ਦੇ ਨਾਲ ਜੁੜੇ ਕਈ ਹੀ ਫਿਨੋਮਨੇ ਅਸੀਂ ਇਸ ਚੈਪਟਰ ਦੇ ਵਿੱਚ ਪੜ੍ਹਨੇ ਹਨ, ਜਿਵੇਂ ਟਵਿੰਕਲਿੰਗ ਆਫ ਸਟਾਰਸ, ਰੇਨਬੋ, ਬੈਂਡਿੰਗ ਆਫ ਲਾਈਟ, ਲਾਈਟ ਦਾ ਬੈਂਡ ਹੋਣਾ, ਰੇਨਬੋ ਦਾ ਬਣਦਾ, ਤਾਰਿਆਂ ਦਾ ਚਮਕਣਾ, ਲਾਈਕ ਦਿਸ। ਕਈ ਤਰ੍ਹਾਂ ਦੇ ਫਿਨੋਮਨੇ ਅਸੀਂ ਇਸ ਚੈਪਟਰ ਵਿੱਚ ਪੜ੍ਹਨੇ ਹਨ। So in this chapter we will study the phenomena of reflection and refraction of light. ਰਿਫਲੈਕਸ਼ਨ ਦੇ ਫਿਨੋਮਨੇ ਵੀ ਪੜ੍ਹਨੇ ਹਨ ਅਤੇ ਰਿਫਰੈਕਸ਼ਨ ਦੇ ਵੀ ਫਿਨੋਮਨੇ ਪੜ੍ਹਨੇ ਹਨ। ਦੋਨੇ ਵਰਡ ਦੇ ਵਿੱਚ ਇੱਕ ਸਿੰਪਲ ਲੈਂਗੁਏਜ ਦੇ ਵਿੱਚ ਕੀ ਫਰਕ ਹਨ? ਰਿਫਲੈਕਸ਼ਨ, ਲਾਈਟ ਦਾ ਟਕਰਾ ਕੇ ਵਾਪਸ ਮੁੜਨਾ ਕਿਸੇ ਵੀ ਆਬਜੈਕਟ ਤੋਂ ਜਾਂ ਕਿਸੇ ਵੀ ਰਿਫਲੈਕਟਿੰਗ ਬਾਡੀ ਤੋਂ, ਉਸ ਨੂੰ ਰਿਫਲੈਕਸ਼ਨ ਕਿਹਾ ਜਾਂਦਾ ਹੈ। ਲਾਈਟ ਦਾ ਕਿਸੇ ਮੀਡੀਅਮ ਦੇ ਵਿੱਚ ਹੀ ਪਾਸ ਹੋ ਜਾਣਾ, ਵਾਪਸ ਨਹੀਂ ਆਉਣਾ, ਪਾਸ ਹੋ ਜਾਣਾ। ਜਿਵੇਂ ਲੈਂਸ ਅਤੇ ਵਿੰਡੋ ਪੇਨ ਹੈ, ਸ਼ੀਸ਼ਾ ਹੈ ਵਿੰਡੋ ਦਾ, ਘਰਾਂ ਦੇ ਵਿੱਚ ਲੱਗੇ ਹੋਏ ਹਨ, ਤੁਹਾਡੇ ਕਲਾਸਰੂਮ ਵਿੱਚ ਲੱਗੇ ਹੋਏ ਹਨ, ਉਹਨਾਂ ਵਿੱਚ ਹੀ ਲਾਈਟ ਪਾਸ ਹੋ ਜਾਂਦੀ ਹੈ, ਪਾਣੀ ਵਿੱਚ ਹੀ ਪਾਸ ਹੋ ਜਾਂਦੀ ਹੈ। ਸੋ ਪਾਸ ਹੋ ਜਾਣਾ ਹੁੰਦਾ ਹੈ ਰਿਫਰੈਕਸ਼ਨ ਆਫ ਲਾਈਟ। ਰਿਫਰੈਕਸ਼ਨ ਆਫ ਲਾਈਟ, ਜਦੋਂ ਲਾਈਟ ਪਾਸ ਹੁੰਦੀ ਹੈ ਤਾਂ ਇਹ ਬੈਂਡ ਵੀ ਕਰ ਜਾਂਦੀ ਹੈ। ਇਹ ਅੱਗੇ ਪੂਰੀ ਡਿਟੇਲ ਦੇ ਵਿੱਚ ਪੜ੍ਹਨਾ ਹੈ। ਇਸ ਚੈਪਟਰ ਦੇ ਵਿੱਚ ਅਸੀਂ ਪੜ੍ਹਾਂਗੇ ਰਿਫਰੈਕਸ਼ਨ ਆਫ ਲਾਈਟ, ਰਿਫਲੈਕਸ਼ਨ ਆਫ ਲਾਈਟ ਐਂਡ ਰਿਲੇਟਿੰਗ ਫਿਨੋਮਨਾਸ। ਸੋ ਪਹਿਲਾ ਟੌਪਿਕ ਅਸੀਂ ਸ਼ੁਰੂ ਕਰਾਂਗੇ ਰਿਫਲੈਕਸ਼ਨ ਆਫ ਲਾਈਟ। ਰਿਫਲੈਕਸ਼ਨ ਆਫ ਲਾਈਟ, ਇਹ ਹਾਈਲੀ ਪੋਲਿਸ਼ਡ ਸਰਫੇਸ, ਕੋਈ ਵੀ ਪੋਲਿਸ਼ ਕੀਤਾ ਹੋਇਆ ਸਰਫੇਸ, ਸੱਚ ਐਜ਼ ਮਿਰਰ, ਜਿਵੇਂ ਕਿ ਮਿਰਰ, ਜਿਸ ਵਿੱਚ ਅਸੀਂ ਸਵੇਰੇ ਉੱਠ ਕੇ ਦੇਖਦੇ ਹਾਂ, ਘਰ ਦੇ ਵਿੱਚ ਮਿਰਰ ਲੱਗਿਆ ਹੈ, ਪੱਗ ਬੰਨ੍ਹਦੇ ਹਾਂ ਅਤੇ ਆਪਣਾ ਫੇਸ ਦੇਖਦੇ ਹਾਂ, ਉਸ ਨੂੰ ਪਲੇਨ ਮਿਰਰ ਕਿਹਾ ਜਾਂਦਾ ਹੈ। ਦੈਟ ਇਜ਼ ਕਾਲਡ ਪਲੇਨ ਮਿਰਰ। ਉਸ ਦੇ ਵਿੱਚ ਹੀ ਲਾਈਟ ਪਾਸ ਨਹੀਂ ਹੁੰਦੀ, ਲਾਈਟ ਜਿਹੜੀ ਵੀ ਉਸ 'ਤੇ ਪੈਂਦੀ ਹੈ ਵਾਪਸ ਆ ਜਾਂਦੀ ਹੈ। ਪੋਲਿਸ਼ਡ ਸਰਫੇਸ, ਕਲਾਸ ਦੇ ਵਿੱਚ ਟੇਬਲ ਪਿਆ ਹੈ, ਉਸ ਦਾ ਸਰਫੇਸ ਵੀ ਪੋਲਿਸ਼ਡ ਹੈ, ਉਸ 'ਤੇ ਵੀ ਲਾਈਟ ਪਾਸ ਨਹੀਂ ਹੁੰਦੀ, ਬੈਕ ਆ ਜਾਂਦੀ ਹੈ। ਸੋ ਹਾਈਲੀ ਪੋਲਿਸ਼ਡ ਸਰਫੇਸ, ਹਾਈਲੀ ਪੋਲਿਸ਼ਡ ਸਰਫੇਸ ਹੈ ਜਿਹੜਾ, ਉਹ ਸਭ ਤੋਂ ਜ਼ਿਆਦਾ ਹਾਈਲੀ ਪੋਲਿਸ਼ਡ ਸਰਫੇਸ ਹੈ ਮਿਰਰ। ਰਿਫਲੈਕਟਸ ਮੋਸਟ ਆਫ ਲਾਈਟ ਫਾਲਿੰਗ ਔਨ ਇਟ, ਬਹੁਤ ਸਾਰੀ ਲਾਈਟ ਜਿਹੜੀ ਇਸ 'ਤੇ ਪੈਂਦੀ ਹੈ ਉਸ ਨੂੰ ਉਹ ਵਾਪਸ ਰਿਫਲੈਕਟ ਕਰ ਦਿੰਦਾ ਹੈ। ਯੂ ਆਰ ਆਲਰੇਡੀ ਫੈਮੀਲੀਅਰ ਵਿਥ ਦਾ ਲਾਜ਼ ਆਫ ਰਿਫਲੈਕਸ਼ਨ, ਤੁਸੀਂ ਲਾਜ਼ ਆਫ ਰਿਫਲੈਕਸ਼ਨ ਪੜ੍ਹੇ ਹਨ, 8th ਕਲਾਸ ਦੇ ਵਿੱਚ ਪੜ੍ਹ ਕੇ ਆਏ ਹੋ। ਰਿਪੀਟ ਕਰਦੇ ਹਾਂ, ਲੈਟ ਅਸ ਰੀਕਾਲ ਦੀਜ਼ ਲਾਜ਼। ਦੀ ਐਂਗਲ ਆਫ ਇੰਸੀਡੈਂਸ ਇਜ਼ ਇਕੁਅਲ ਟੂ ਦਾ ਐਂਗਲ ਆਫ ਰਿਫਲੈਕਸ਼ਨ।
एंगल ऑफ इंसीडेंस एंगल ऑफ रिफ्लैक्शन के बराबर हुंदा है। ये एक मिरर है, एक लाइट आ रही है, दिस लाइट इज़ कॉल्ड इंसीडेंट लाइट, तो ये नार्मल है मिरर दे नार्मल 90 डिग्री का एंगल मिरर नाल बनता है, दिस इज़ कॉल्ड नॉर्मल टू मिरर। एंगल बिटवीन नॉर्मल एंड इंसीडेंस लाइट इज़ कॉल्ड एंगल ऑफ इंसीडेंस। ये एक इंसीडेंट रे है तो मिरर नाल टकरा के वापस चली जाएगी, तो एंगल बिटवीन वापस जिहड़ी लाइट गई है दिस इज़ कॉल्ड रिफ्लैक्टेड रे, दिस इज़ कॉल्ड रिफ्लैक्टेड ray and the angle between normal and reflected ray is called angle of reflection। जिन्ने एंगल ते लाइट टकराउंदी है उन्ने ही एंगल ते वापस चली जाती है। एंगल ऑफ इंसीडेंस इज इक्वल टू एंगल ऑफ रिफ्लैक्शन, दिस इज द फर्स्ट लॉ ऑफ reflection, this is first law of reflection, the angle of incidence is equal to angle of reflection। इस दा प्रैक्टिकल भी लैब दे विच कीता जावेगा, जिस तो तुहानूं बिल्कुल ये क्लीयर हो जाएगा। सैकेंड इंसीडेंट रे दिस वन, नॉर्मल दिस वन एंड दी normal to the mirror at the point of incidence, this is point of incidence जिथे आके लाइन इंसीडेंस करती है, एंड द रिफ्लैक्टेड रे ते रिफ्लैक्टेड रे ऑल लाइज इन द सेम प्लेन, ये सेम प्लेन दे विच हन, इक्को प्लेन दे विच हन, इक्को साइड ते हन। जे हॉरिजेंटल लाइट जा रही है तो हॉरिजेंटल ही रहेगी, जे वर्टिकल गई है तो टकरा के भी उसे प्लेन दे विच वापस आवेगी। सो जिहड़ा ला है दीज लॉज ऑफ रिफ्लैक्शन आर एप्लीकेबल टू ऑल टाइप्स ऑफ रिफ्लैक्टिंग सरफेस, ये सारे ही रिफ्लैक्टिंग सरफेस ते एप्लीकेबल है, इकल्ला प्लेन मिरर लई नहीं है। These are applicable to all spherical surfaces। You are familiar with the formation of image by plane mirror। What are the properties of image? Plane mirror ਅਸੀਂ ਸਾਰਿਆਂ ਨੇ ਵਰਤਿਆ ਹੈ ਤੇ ਅਸੀਂ ਕੀ ਦੇਖਦੇ ਹਾਂ, ਕਿਸ ਤਰ੍ਹਾਂ ਦਾ ਇਮੇਜ ਬਣਦਾ ਹੈ ਜਦੋਂ ਪਲੇਨ ਮਿਰਰ ਦੇ ਸਾਹਮਣੇ ਖੜ੍ਹਦੇ ਹਾਂ, ਹਰ ਰੋਜ਼ ਖੜ੍ਹਦੇ ਹਾਂ। ਇਮੇਜ ਫਾਰਮਡ ਬਾਏ ਪਲੇਨ ਮਿਰਰ ਇਜ਼ ਆਲਵੇਜ਼ ਵਰਚੁਅਲ, ਇਹ ਵਰਚੁਅਲ ਹੁੰਦਾ ਹੈ, ਨਕਲੀ ਹੁੰਦਾ ਹੈ, ਐਂਡ ਇਰੈਕਟ ਅਤੇ ਸਿੱਧਾ ਹੁੰਦਾ ਹੈ। ਜਿਸ ਤਰ੍ਹਾਂ ਅਸੀਂ ਅੱਗੇ ਖੜ੍ਹਦੇ ਹਾਂ ਉਸੇ ਤਰ੍ਹਾਂ ਹੀ ਸਾਡਾ ਇਮੇਜ ਵਿੱਚ ਬਣਦਾ ਹੈ। ਦੀ ਸਾਈਜ਼ ਆਫ ਇਮੇਜ ਇਜ਼ ਇਕੁਅਲ ਟੂ ਦੈਟ ਆਫ ਆਬਜੈਕਟ, ਅਤੇ ਜਿਹੜਾ ਆਬਜੈਕਟ ਦਾ ਸਾਈਜ਼ ਹੁੰਦਾ ਹੈ ਉਹੀ ਸਾਈਜ਼ ਇਮੇਜ ਦਾ ਹੁੰਦਾ ਹੈ। ਸੇਮ ਸਾਈਜ਼ ਹੁੰਦਾ, ਇਰੈਕਟ ਹੁੰਦਾ ਐਂਡ ਵਰਚੁਅਲ। The image formed is as far behind the mirror as the object in the front of mirror। Means जिन्नी ऑब्जेक्ट मिरर तो दूर है उन्ना ही इमेज मिरर तो पिछे बनेगा। ਜਦੋਂ ਅਸੀਂ ਮਿਰਰ ਦੇ ਸਾਹਮਣੇ ਖੜ੍ਹਦੇ ਹਾਂ ਜਿਹੜਾ ਸਾਡਾ ਇਮੇਜ ਬਣਦਾ ਹੈ ਉਸ ਦਾ ਸੈਂਟਰ ਕੀ ਹੋਏਗਾ, ਮਿਰਰ ਹੋਏਗਾ। ਜੇ ਅਸੀਂ ਪਿੱਛੇ ਹਟ ਜਾਵਾਂਗੇ ਸਾਡਾ ਇਮੇਜ ਵੀ ਪਿੱਛੇ ਹਟ ਜਾਵੇਗਾ। ਸੋ ਇਟ ਵਿਲ ਬੀ ਐਟ ਦਾ ਸੇਮ ਡਿਸਟੈਂਸ। ਇਮੇਜ ਪ੍ਰੋਡਿਊਸਡ ਕੀ ਹੋਏਗਾ, ਕਿਹੋ ਜਿਹਾ ਇਮੇਜ ਬਣੇਗਾ, ਐਟ ਸੇਮ ਡਿਸਟੈਂਸ, ਸੇਮ ਸਾਈਜ਼, ਵਰਚੁਅਲ ਐਂਡ ਇਰੈਕਟ, ਨਕਲੀ ਹੋਏਗਾ ਅਤੇ ਸਿੱਧਾ ਹੋਵੇਗਾ। ਫਰਦਰ ਦੀ ਇਮੇਜ ਇਜ਼ ਲੇਟਰਲੀ ਇਨਵਰਟਿਡ। ਲੇਟਰਲੀ ਇਨਵਰਟਿਡ ਦਾ ਮਤਲਬ ਕੀ ਹੈ, ਜਦੋਂ ਜਿਹੜੇ ਸਾਡਾ ਰਾਈਟ ਸਾਈਡ ਹੈ
ਉਹ ਇਮੇਜ ਦੇ ਵਿੱਚ ਲੈਫਟ ਸਾਈਡ ਹੋਵੇਗੀ। ਜਦੋਂ ਅਸੀਂ ਆਪਣਾ ਲੈਫਟ ਹੈਂਡ ਅਰੇਜ਼ ਕਰਦੇ ਹਾਂ, ਤੁਸੀਂ ਬੋਲੋਗੇ ਮੈਂ ਆਪਣਾ ਲੈਫਟ ਹੈਂਡ ਅਰੇਜ਼ ਕਰਿਆ, ਅਤੇ ਜਿਹੜਾ ਸਾਹਮਣੇ ਮਿਰਰ ਦੇ ਵਿੱਚ ਇਮੇਜ ਹੈ, ਇਮੇਜ ਕੀ ਬੋਲੇਗਾ, ਧਿਆਨ ਨਾਲ ਦੇਖਣਾ, ਉਹ ਬੋਲੇਗਾ ਮੇਰਾ ਰਾਈਟ ਹੈਂਡ ਰੇਜ਼ ਹੈ। ਅਤੇ ਜਦੋਂ ਅਸੀਂ ਆਪਣਾ ਰਾਈਟ ਹੈਂਡ ਰੇਜ਼ ਕਰਾਂਗੇ ਤਾਂ ਇਮੇਜ ਕੀ ਬੋਲੂਗਾ, ਮੇਰਾ ਲੈਫਟ ਹੈਂਡ ਰੇਜ਼ ਹੈ। ਸੋ ਦਿਸ ਇਜ਼ ਕਾਲਡ ਇਮੇਜ ਇਜ਼ ਲਿਟਰਲੀ ਇਨਵਰਟਡ। ਇਹ ਪ੍ਰੋਪਰਟੀਜ਼ ਹਨ, ਐਗਜ਼ਾਮ ਦੇ ਵਿੱਚ ਵੀ ਆਉਂਦੀਆਂ ਹਨ। ਪ੍ਰੋਪਰਟੀਜ਼ ਆਫ ਇਮੇਜ ਪ੍ਰੋਡਿਊਸਡ ਬਾਏ ਪਲੇਨ ਮਿਰਰ। ਪਲੇਨ ਮਿਰਰ ਦੇ ਵਿੱਚ ਜੋ ਇਮੇਜ ਬਣਦਾ ਉਸ ਦੀਆਂ ਕੀ ਪ੍ਰੋਪਰਟੀਜ਼ ਹਨ। ਇਟ ਇਜ਼ ਆਫ ਸੇਮ ਸਾਈਜ਼ ਐਜ਼ ਆਫ ਆਬਜੈਕਟ। The image formed is as far behind the mirror as the object is in front of it। ਜਿੰਨੀ object front ਤੇ ਹੋਵੇਗੀ ਉਨਾ image ਪਿੱਛੇ ਬਣੇਗਾ। It will be erect, it will be virtual and it will be laterally inverted। Next topic, spherical mirrors। ਇਹ ਬੇਟਾ ਤੁਹਾਨੂੰ ਕੱਲ੍ਹ ਹੀ ਪਾ ਦਿੱਤਾ ਜਾਵੇਗਾ। ਅੱਜ ਜੋ ਤੁਹਾਨੂੰ ਰਿਫਲੈਕਸ਼ਨ ਬਾਰੇ ਦੱਸਿਆ ਹੈ ਉਹ ਸਿੱਖਣਾ ਹੈ, ਅਤੇ ਪਲੇਨ ਮਿਰਰ ਦੇ ਵਿੱਚ ਇਮੇਜ ਬਣਦਾ ਹੈ ਉਹ ਤੁਸੀਂ ਸਿੱਖਣਾ ਹੈ, ਅਤੇ ਕੱਲ੍ਹ ਤੁਹਾਨੂੰ ਸਫੈਰੀਕਲ ਮਿਰਰ ਬਾਰੇ ਦੱਸਿਆ ਜਾਵੇਗਾ। ਕਿ ਬੇਟੇ ਥੈਂਕ ਯੂ, ਹੈਵ ਅ ਨਾਈਸ ਡੇ।